ਸ੍ਰੀ ਦਰਬਾਰ ਸਾਹਿਬ ਜੀ ਦੀ ਮਹੱਤਤਾ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀਆਂ ਨਜ਼ਰਾਂ ਵਿੱਚ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਉਹ ਪਾਵਨ ਅਸਥਾਨ ਹੈ ਜਿੱਥੇ ਰਿੱਧੀਆਂ ਸਿੱਧੀਆਂ ਵਸਦੀਆਂ ਹਨ, ਜਿੱਥੋਂ ਦੀ ਚਰਨ ਧੂੜ ਅਕਸੀਰ ਹੈ, ਜਿੱਥੋਂ ਦੀ ਝਾੜੂ ਬਰਦਾਰੀ ਨੀਚਾਂ ਨੂੰ ਊਚ, ਕੰਗਲਿਆਂ ਨੂੰ ਅਮੀਰ ਤੇ ਰੰਕਾਂ ਨੂੰ ਰਾਉ ਬਣਾਉਣ ਨੂੰ ਸਮਰੱਥ ਹੈ। ਸ੍ਰੀ ਅੰਮ੍ਰਿਤ ਸਰੋਵਰ ਦਾ ਅੰਮ੍ਰਿਤ ਕਾਗਾਂ ਨੂੰ ਹੰਸ ਤੇ ਕੁਸ਼ਤੀਆਂ ਨੂੰ ਕੁਸ਼ਟ ਕੱਟਣ ਵਾਲਾ ਹੈ। ਦੁਨੀਆ ਦੇ ਤਖਤੇ ਤੇ ਇਹ ਬਰਕਤਾਂ ਕੇਵਲ ਇੱਥੇ ਹੀ ਵਸਦੀਆਂ ਹਨ ਤੇ ਸ਼ਰਧਾ ਵਾਲੇ ਸਦਾ ਇਹਨਾਂ ਤੋਂ ਫੈਜ਼ਯਾਬ ਹੁੰਦੇ ਰਹੇ ਤੇ ਹੁੰਦੇ ਰਹਿਣਗੇ। ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਚਰਨ ਕਮਲ ਪਏ। ਤੀਸਰੇ ਤੇ ਚੌਥੇ ਪਾਤਸ਼ਾਹ ਜੀ ਨੇ ਸੋਹਣੀਆਂ ਘਾਲਾਂ ਕੀਤੀਆਂ, ਸਰੋਵਰ ਦੀ ਖੁਦਾਈ ਕੀਤੀ। ਪੰਚਮ ਪਾਤਸ਼ਾਹ ਜੀ ਨੇ ਇਸ ਦੀ ਪਵਿੱਤਰ ਸੇਵਾ ਨੂੰ ਸਿਰੇ ਚੜ੍ਹਾਇਆ, ਮੰਦਰ ਰਚਿਆ, ਨਗਰੀ ਵਸਾਈ ਤੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਆਦਿ ਬੀੜ ਰਚ ਕੇ ਇੱਥੇ ਸਥਾਪਨਾ ਕੀਤੀ। ਦੈਵੀ ਕੀਰਤਨ ਦਾ ਕੇਂਦਰ ਬੱਧਾ ਤੇ ਗੈਬੀ ਦੁਨੀਆ ਦਾ ਇੱਕ ਅਲੌਕਿਕ ਮੰਦਰ ਥਾਪਿਆ। ਛੇਵੇਂ ਪਾਤਸ਼ਾਹ ਜੀ ਨੇ ਅਕਾਲ ਬੁੰਗਾ ਰਚ ਕੇ ਇਸ ਪਾਵਨ ਅਸਥਾਨ ਨੂੰ ਮਾਨੋ ਮੀਰੀ ਪੀਰੀ ਦੇ ਦੋਹਾਂ ਰੰਗਾਂ ਵਿੱਚ ਭੂਸ਼ਿਤ ਕਰ ਦਿੱਤਾ। ਨੌਵੇਂ ਪਾਤਸ਼ਾਹ ਜੀ ਨੇ ਵੀ ਇਸ ਪਾਵਨ ਧਾਮ ਦੀ ਯਾਤਰਾ ਕੀਤੀ। ਕਲਗੀਧਰ ਪਾਤਸ਼ਾਹ ਜੀ ਦੇ ਸਮੇਂ ਪਿੱਛੋਂ ਹਜ਼ਾਰਾਂ ਗੁਰਮੁਖ ਗੁਰੂ ਪਿਆਰੇ ਪੰਥ ਦੇ ਰਤਨ ਇੱਥੇ ਸ਼ਹੀਦ ਹੋਏ। ਵਿਦਰੋਹੀਆਂ ਨੇ ਇਸ ਦੀ ਪਾਵਨਤਾ ਨੂੰ ਮੈਲਿਆਂ ਕਰਨ ਦੇ ਯਤਨ ਕੀਤੇ, ਪਰ ਸਿੱਖ ਸ਼ਹੀਦਾਂ ਨੇ ਇਸ ਧਰਮ ਮੰਦਰ ਦੀ ਉਹ ਮੈਲ ਆਪਣੇ ਖੂਨ ਨਾਲ ਧੋਤੀ ਤੇ ਪਾਵਨ ਰੱਖਣ ਦੀ ਸੇਵਾ ਸਭ ਕੁਝ ਵਾਰ ਕੇ ਕੀਤੀ। ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਰਾਜ ਭਾਗ ਸਮੇਂ ਇਸ ਮੰਦਰ ਤੇ ਸਰੋਵਰ ਦੀ ਸੇਵਾ ਸੰਗ ਸੁਫੈਦ ਤੇ ਸੁਵਰਨ ਨਾਲ ਕਰਦਿਆਂ ਇਸ ਸੇਵਾ ਨੂੰ ਆਪਣੇ ਧਨ ਭਾਗ ਸਮਝੇ। ਇਸ ਅੰਮ੍ਰਿਤ ਦੇ ਚਸ਼ਮੇ ਤੇ ਗੁਰਮੁਖ ਹੰਸਾਂ ਦੇ ਮੰਡਲ ਸਜਦੇ ਰਹੇ, ਮੋਤੀਆਂ ਦੀ ਚੋਗ ਚੁਗਦੇ ਰਹੇ ਤੇ ਕਾਗਾਂ ਨੂੰ ਹੰਸ ਬਣਾਉਂਦੇ ਰਹੇ। ਇਸ ਪਾਵਨ ਸੱਚਖੰਡ ਭੂਮੀ ਦੀ ਮਹਾਨ ਸ਼ਕਤੀ ਦੀ ਮਹਿਮਾ ਪਿੱਛੇ ਸਦਾ ਰਹੀ ਹੈ ਤੇ ਅੱਗੋਂ ਸਦਾ ਰਹੇਗੀ, ਕਿਉਂਕਿ ਅਨੇਕ ਪੂਜਨੀਕ ਗੁਰੂ ਵਿਅਕਤੀਆਂ ਨੇ ਇਸ ਪਾਵਨ ਕੇਂਦਰ ਨੂੰ ਕੋਈ ਐਸੀ ਅਗੰਮੀ ਤੇ ਅਗਾਧ ਰੰਗਨ ਚਾੜ੍ਹੀ ਹੈ ਕਿ ਜੋ ਕਿਸੇ ਵੇਲੇ ਵੀ ਖਤਮ ਨਹੀਂ ਹੋ ਸਕਦੀ। ਸਤਿਕਾਰਯੋਗ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ ਜਨਮ ਇਸੇ ਗੁਰੂ ਨਗਰੀ ਵਿੱਚ 5/12/1872 ਈਸਵੀ ਨੂੰ ਹੋਇਆ। ਇਸੇ ਧਰਮ ਮੰਦਰ ਦੀ ਚਰਨ ਧੂੜ ਵਿੱਚ ਬਚਪਨ ਤੋਂ ਲੈ ਕੇ ਅੰਤ ਤੱਕ ਆਤਮਕ ਰਸ ਮਾਣੇ, ਦਿਲੀ ਸ਼ਰਧਾ ਦੇ ਭਾਵ ਆਪਣੇ ਪੂਜਯ ਪ੍ਰੀਤਮ ਸਤਿਗੁਰਾਂ ਦੇ ਹਜ਼ੂਰ ਪੇਸ਼ ਕੀਤੇ, ਹਰੀ ਰਸ ਦੀਆਂ ਟੋਟਾਂ ਵੇਲੇ ਮਖਮੂਰੀਆਂ ਪ੍ਰਾਪਤ ਕੀਤੀਆਂ ਤੇ ਸਦਾ ਦੈਵੀ ਰੰਗਾਂ ਦੇ ਰਸ ਮਾਣੇ। ਹਾਂ, ਆਪ ਦੇ ਹਿਰਦੇ ਵਿੱਚ ਇਸ ਪਾਵਨ ਮੰਦਰ ਲਈ ਅਗਾਧ ਪ੍ਰੇਮ ਭਰੀ ਸ਼ਰਧਾ ਸੀ। ਆਪ ਸ੍ਰੀ ਗੁਰੂ ਰਾਮਦਾਸ, ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਇੱਥੇ ਸਦਾ ਵਸ ਰਹੇ ਤੇ ਆਤਮਕ ਛੋਹਾਂ ਬਖਸ਼ ਰਹੇ ਅਨੁਭਵ ਕੀਤੇ ਕਰਦੇ ਸਨ। ਤੇ ਹਾਂ, ਇਸ ਮੰਦਰ ਨੂੰ ਆਪ ਸੰਸਾਰ ਦਾ ਮੰਦਰ ਨਹੀਂ ਪਰ ਅਰਸ਼ਾਂ ਤੋਂ ਉਤਰਿਆ ਮੰਦਰ ਮੰਨਦੇ ਸਨ। ਇਸ ਪਾਵਨ ਮੰਦਰ ਬਾਰੇ ਜਦ ਕਦੀ ਵੀ ਆਪ ਦਾ ਜ਼ਿਕਰ ਕਿਸੇ ਨਾਲ ਹੋਇਆ, ਆਪ ਦੀ ਸ਼ਰਧਾ ਡੁੱਲ ਡੁੱਲ ਪੈਂਦੀ ਰਹੀ। ਇੱਥੇ ਇਸੇ ਧਰਮ ਮੰਦਰ ਸੰਬੰਧੀ ਅਸੀਂ ਇਹਨਾਂ ਦੇ ਕਹੇ ਕੁਝ ਵਚਨ ਯਾਦ ਕਰਨ ਦਾ ਯਤਨ ਕਰਦੇ ਹਾਂ।
ਸਨ 1939 ਦੀ ਗੱਲ ਹੈ ਕਿ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਵਿੱਚ ਕੀਰਤਨ ਕਰਨ ਵਾਲੇ ਇੱਕ ਨੌਜਵਾਨ ਰਾਗੀ ਸਿੰਘ ਆਪ ਨੂੰ ਮਿਲਣ ਆਏ। ਮਾਮਲਾ ਉਹ ਕੁਝ ਐਸਾ ਲੈ ਕੇ ਆਏ ਸਨ ਜਿਸ ਤੋਂ ਉਹ ਕੁਝ ਕੀਰਤਨ ਦੀ ਸੇਵਾ ਤੋਂ ਮਾਨੋ ਉਚਾਟ ਸਨ। ਗੱਲ ਛਿੜ ਪਈ ਸ੍ਰੀ ਹਰਿਮੰਦਰ ਸਾਹਿਬ ਦੀ ਤੇ ਇਸ ਮੰਦਰ ਵਿੱਚ ਕੀਰਤਨ ਦੀ ਸੇਵਾ ਦੀ, ਤੇ ਉਸ ਨੂੰ ਮੁੜ ਇਸ ਸੇਵਾ ਦੀ ਸੁਭਾਗਤਾ ਵਿੱਚ ਜਗਾਉਣ ਲਈ ਆਪ ਕਹਿਣ ਲੱਗੇ, ਵਾਹਿਗੁਰੂ ਦੀ ਮਿਹਰ ਹੈ, ਤੁਸਾਂ ਨੂੰ ਕੀਰਤਨ ਕਰਨ ਲਈ ਸ੍ਰੀ ਹਰਿਮੰਦਰ ਸਾਹਿਬ ਥਾਂ ਮਿਲੀ ਹੈ। ਕਿੰਨਾ ਮਾਣ ਹੋਣਾ ਚਾਹੀਦਾ ਹੈ ਤੁਸਾਂ ਨੂੰ ਇਸ ਸੇਵਾ ਦਾ। ਇਹ ਮੰਦਰ ਅਸਾਂ ਕੰਗਲਿਆਂ ਕੂਕਰਾਂ ਲਈ ਸਾਡੇ ਅਰਸ਼ਾਂ ਦੇ ਸਾਈ ਸ੍ਰੀ ਗੁਰੂ ਰਾਮਦਾਸ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਐਸਾ ਸਾਜਿਆ ਹੈ ਕਿ ਜਿਸ ਦੀ ਮਿਸਾਲ ਦੁਨੀਆ ਦੇ ਤਖਤੇ 'ਤੇ ਨਹੀਂ ਮਿਲਦੀ। ਪਰ ਸ਼ੌਕ ਹੈ ਕਿ ਸਾਨੂੰ ਇਸ ਦੀ ਕਦਰ ਨਹੀਂ। ਇਹ ਮੈਂ ਸਿੱਖ ਹੋਣ ਦੀ ਹੈਸੀਅਤ ਵਿੱਚ ਇੱਕ ਸਿੱਖ ਧਰਮ ਮੰਦਰ ਦੀ ਮਹਿਮਾ ਨਹੀਂ ਕਰ ਰਿਹਾ। ਮੈਂ ਖੁਦ ਗੈਰ ਮਜ਼ਹਬ ਦੇ ਲੋਕ ਡਿੱਠੇ ਹਨ ਜੋ ਇਸ ਦੀ ਉਲੂਹੀਅਤ ਤੇ ਦੈਵੀ ਸ਼ਕਤੀ ਦੇ ਕਾਇਲ ਹੋਏ। ਜੋ ਵੀ ਅਭਿਆਸੀ ਪੁਰਸ਼ ਇੱਥੇ ਆਏ, ਭਾਵੇਂ ਉਹ ਕਿਸੇ ਮਜ਼ਹਬ ਜਾਂ ਵਿਸ਼ਵਾਸ ਵਾਲੇ ਸਨ, ਉਹ ਮੋਹਿਤ ਤੇ ਆਸ਼ਕ ਹੋ ਗਏ। ਕਾਰਨ ਇਹ ਕਿ ਇੱਕ ਤਾਂ ਇਸ ਪਾਵਨ ਹਰਿਮੰਦਰ ਦਾ ਨਮੂਨਾ ਐਸਾ ਸੁੰਦਰ ਤੇ ਪ੍ਰਭਾਵਸ਼ਾਲੀ ਹੈ ਕਿ ਦਰਸ਼ਨ ਕਰਦਿਆਂ ਹੀ ਚਿੱਤ ਵਿਸਮਾਦ ਦੀ ਛੂਹ ਲੈ ਲੈਂਦਾ ਹੈ। ਦੂਜੇ, ਇੱਥੇ ਸ਼ਬਦ ਨੂੰ ਆਪ ਕੋਈ ਐਸਾ ਚੱਕਰ ਦੇ ਗਏ ਹਨ ਕਿ ਸਦੀਆਂ ਬੀਤ ਜਾਣ 'ਤੇ ਵੀ ਉਹ ਕਰੰਟ ਅਜੇ ਉਸੇ ਤਰ੍ਹਾਂ ਖਿੱਚ ਰਹੀ ਤੇ ਵਾਯੂਮੰਡਲ ਨੂੰ ਮੁਅੱਤਰ ਕਰਕੇ ਰਸ ਸੁਆਦ ਦੀਆਂ ਸ਼ਹਿਬਰਾਂ ਲਾ ਰਹੀ ਹੈ। ਪਤਾ ਨਹੀਂ ਉਸ ਦੈਵੀ ਇੰਜੀਨੀਅਰ ਮੇਰੇ ਸਤਿਗੁਰੂ ਦੇ ਹਿਰਦੇ ਵਿੱਚ ਕਿੰਨਾ ਕਮਾਲ ਸੀ ਤੇ ਕਿੰਨੀਆਂ ਦੈਵੀ ਅਮਰ ਵਿਉਂਤਾਂ ਸਨ ਕਿ ਇਹ ਰਸ ਫੁਹਾਰ ਸਦੀਆਂ ਤੋਂ ਇੱਥੇ ਅਟਲ ਵਸ ਰਹੀ ਹੈ। ਪਹਿਲੋਂ ਕੀਰਤਨ ਸਤਸੰਗ ਸਤਿਗੁਰੂ ਜੀ ਦੇ ਮਹਿਲਾਂ ਵਿੱਚ ਹੋਇਆ ਕਰਦੇ ਸਨ। ਫਿਰ ਆਪ ਨੇ ਮਹਿਲਾਂ ਤੋਂ ਲਗਭਗ 1 ਮੀਲ ਦੀ ਦੂਰੀ 'ਤੇ ਇੱਕ ਉਜਾੜ ਜਿਹੀ ਥਾਂ ਵਿੱਚ, ਜੋ ਗੁਰੂ ਨਾਨਕ ਦੇਵ ਜੀ ਦੇ ਪਾਵਨ ਚਰਨਾਂ ਨਾਲ ਕਦੇ ਪਵਿੱਤਰ ਹੋ ਚੁੱਕੀ ਸੀ, ਮੰਦਰ ਬਣਾਇਆ ਤੇ ਐਸਾ ਬਣਾਇਆ ਕਿ ਇਸ ਵਿੱਚ ਆਪਣੀ ਰਚਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਥਾਪਨ ਕਰਕੇ ਆਪ ਚੌਰ ਕਰਦੇ ਤੇ ਪਰਮ ਸਤਕਾਰ ਭੇਟਾ ਕਰਦੇ ਰਹੇ। ਇਹ ਮਾਨੋ ਮੂਰਤੀ ਪੂਜਾ ਨੂੰ ਛੁਡਵਾ ਕੇ ਸ਼ਬਦ ਨੂੰ ਪਿਆਰਨ, ਸਿਮਰਨ ਤੇ ਪੂਜਣ ਦਾ ਵੱਲ ਸਿਖਾਉਣ ਵਾਲਾ ਮੰਦਰ ਸਾਜਿਆ। ਉਸ ਦਾਤੇ ਦੇ ਇਸ ਸੋਹਣੇ ਮੰਦਰ ਵਿੱਚ ਉੱਥੇ ਹੀ ਰਾਜਾ ਬੈਠਦਾ ਹੈ, ਉੱਥੇ ਹੀ ਰੰਕ, ਉੱਥੇ ਹੀ ਪਵਿੱਤਰ ਆਤਮਾ ਗੁਰਮੁਖ ਬੈਠਦੇ ਹਨ, ਉੱਥੇ ਹੀ ਮੇਰੇ ਵਰਗੇ ਪਾਪੀ ਬੈਠਦੇ ਹਨ। ਹਾਂ, ਸਭ ਕਿਸੇ ਨੂੰ ਸਮਸਰ ਬੈਠਣ ਦਾ ਹੱਕ ਹੈ। ਕਿੰਨਾ ਫਖਰ ਹੋਣਾ ਚਾਹੀਦਾ ਹੈ ਸਾਨੂੰ ਜਗਤ ਵਿੱਚ ਅਨੋਖੇ ਤੇ ਅਨੂਪਮ ਆਪਣੇ ਇਸ ਪੂਜਯ ਧਰਮ ਮੰਦਰ ਪਰ। ਭਾਈ ਸਾਹਿਬ ਜੀ ਨੇ ਫਿਰ ਕੁਝ ਗੈਰ ਮਜ਼ਹਬਾਂ ਦੇ ਹੋ ਚੁੱਕੇ ਅਭਿਆਸੀ ਪੁਰਸ਼ਾਂ ਦੇ ਸ੍ਰੀ ਹਰਿਮੰਦਰ ਸਾਹਿਬ ਦੇ ਆਸ਼ਕ ਹੋਣ ਦੇ ਸਮਾਚਾਰ ਸੁਣਾਏ। ਕਿਹਾ, ਇੱਕ ਮੋਨੀ ਮੁਸਲਮਾਨ ਫਕੀਰ ਹੋ ਗੁਜ਼ਰੇ ਹਨ ਜੋ ਚੰਗੇ ਘਾਲੀ ਤੇ ਕਰਨੀ ਵਾਲੇ ਸਨ। ਉਹ ਹਮੇਸ਼ਾ ਸ੍ਰੀ ਦਰਬਾਰ ਸਾਹਿਬ ਹੀ ਪਏ ਰਹਿੰਦੇ ਸਨ। ਮੈਨੂੰ ਸਾਧਾਂ ਸੰਤਾਂ ਤੇ ਘਾਲੀ ਪੁਰਸ਼ਾਂ ਨਾਲ ਮਿਲਣ ਦਾ ਸ਼ੌਂਕ ਸੀ, ਇਸ ਲਈ ਉਹ ਮੇਰੇ ਵੀ ਵਾਕਫ ਸਨ। ਮੈਨੂੰ ਪਿਆਰ ਵੀ ਬੜਾ ਕਰਦੇ ਹੁੰਦੇ ਸਨ। ਕਾਲੇ ਜਿਹੇ ਭੂਰੇ ਦੀ ਸਦਾ ਬੁੱਕਲ ਮਾਰੀ ਰੱਖਦੇ
ਤੇ ਗੱਲਾਂ ਇਸ਼ਾਰਿਆਂ ਨਾਲ ਕੀਤਾ ਕਰਦੇ ਸਨ। ਬੋਲਦੇ ਉੱਕਾ ਨਹੀਂ ਸਨ। ਮੈਂ ਜਦ ਕਦੀ ਕਿਸੇ ਗੱਲ ਉਦਾਸ ਹੋਵਾਂ ਤਾਂ ਮੇਰੀ ਉਦਾਸੀ ਨੂੰ ਘੰਟਾ 2 ਘੰਟੇ ਵੀ ਨਹੀਂ ਸਨ ਬੀਤਦੇ ਕਿ ਉਹ ਘਰ ਆ ਜਾਂਦੇ। ਕੁਰਸੀ ਪੇਸ਼ ਹੁੰਦੀ ਪਰ ਨਾ ਬੈਠਦੇ। ਮੇਰੀਆਂ ਬਾਹਾਂ ਪਰ ਉਂਗਲਾਂ ਨਾਲ ਕੁਝ ਐਸਾ ਕਰਦੇ ਜਿਵੇਂ ਕੋਈ ਚੀਜ਼ ਉੱਪਰ ਨੂੰ ਉਡਾ ਰਹੇ ਹਨ। ਕੁਝ ਚਿਰ ਬਾਅਦ ਮੇਰੀ ਤਬੀਅਤ ਸਾਫ਼ ਹੋ ਜਾਂਦੀ ਤਾਂ ਚਲੇ ਜਾਂਦੇ। ਫਿਰ ਜੇ ਪੁੱਛੋ ਕਿ ਪ੍ਰਸ਼ਾਦ ਛਕਿਆ ਹੈ ਤਾਂ ਸਿਰ ਹਿਲਾ ਕੇ ਹਾਂ ਜਾਂ ਨਾ ਵਿੱਚ ਜਵਾਬ ਦਿੰਦੇ ਸਨ। ਜੇ ਨਾ ਛਕਿਆ ਹੁੰਦਾ ਤਾਂ ਜੇ ਤੁਸੀਂ ਬੁੱਕ ਭਰ ਕੇ ਮੋਹਰਾਂ ਰੁਪਇਆ ਪੈਸਿਆਂ ਦਾ ਅੱਗੇ ਕਰ ਦਿਓ ਤਾਂ ਵਿੱਚੋਂ ਸਿਰਫ ਉਤਨੇ ਪੈਸੇ ਚੁੱਕਦੇ ਜਿੰਨੇ ਉਸ ਵੇਲੇ ਫੁਲਕੇ ਖਾਣੇ ਹੁੰਦੇ। ਪੈਸੇ ਫੁਲਕਾ ਤਦੋਂ ਮਿਲਦਾ ਹੁੰਦਾ ਸੀ ਤੇ ਆਪ 2 ਜਾਂ 3 ਪੈਸੇ ਹੀ ਚੁੱਕਦੇ ਹੁੰਦੇ ਸਨ। ਐਸੇ ਸੰਤੋਖੀ ਤੇ ਨਿਰਲੋਭ ਸਨ। ਪ੍ਰਸ਼ਾਦ ਕਿਸੇ ਦੁਕਾਨ ਤੋਂ ਛਕਣਾ ਤੇ ਫਿਰ ਗੁਰੂ ਰਾਮਦਾਸ ਜੀ ਦਾ ਦਰ ਜਾ ਮਲਣਾ। ਅਨੇਕ ਵਾਕਿਆਤ ਉਹਨਾਂ ਦੇ ਨਾਲ ਵਰਤੇ। ਦੇਖੋ ਜੋ ਉਹਨਾਂ ਦੀ ਕਰਨੀ ਦੀ ਸਾਖ ਭਰਦੇ ਸਨ। ਇਤਨੀ ਕਰਨੀ ਵਾਲੇ ਮੁਸਲਮਾਨ ਅਭਿਆਸੀ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਇਤਨੇ ਆਸ਼ਕ ਸਨ ਕਿ ਦਿਨ ਰਾਤ ਇਸ ਪਾਵਨ ਦਰ ਤੋਂ ਜੁਦਾ ਨਹੀਂ ਹੁੰਦੇ। ਇਸ਼ਾਰਿਆਂ ਨਾਲ ਜੋ ਇਸ ਪਾਵਨ ਮੰਦਰ ਦੀ ਮਹਿਮਾ ਦੱਸਦੇ, ਗੂੰਗੇ ਦੀ ਮਠਿਆਈ ਵਾਂਗ ਮਾਨੋ ਬਿਆਨ ਨਾ ਕਰ ਸਕਣ ਦੇ ਇਸ਼ਾਰੇ ਦਿੰਦੇ। ਇੱਕ ਹੋਰ ਸੰਤ ਸ਼੍ਰੀ ਕ੍ਰਿਸ਼ਨ ਜੀ ਦੇ ਭਗਤ ਹੋ ਗੁਜ਼ਰੇ ਹਨ, ਜੋ ਬੁੰਦਿਆਂ ਵਾਲੇ ਸੰਤ ਕਰਕੇ ਪ੍ਰਸਿੱਧ ਸਨ। ਇਹਨਾਂ ਦੇ ਵਿਸ਼ਨੂੰ ਪੁਰਾਣ ਕੰਠਾਗ੍ਰ ਸੀ। ਵੇਦ ਵਕਤਾ, ਮਹਾਨ ਪੰਡਤ ਤੇ ਚੰਗੇ ਤਪਸਵੀ ਪੁਰਸ਼ ਸਨ। ਹਜ਼ਾਰਾਂ ਰੁਪਏ ਦੇ ਗਹਿਣੇ ਕੱਪੜੇ ਨਾਲ ਰੱਖਦੇ, ਰਾਸਾਂ ਪਵਾਉਂਦੇ ਤੇ ਸ਼੍ਰੀ ਕ੍ਰਿਸ਼ਨ ਜੀ ਦੀ ਲੀਲਾ ਵਿੱਚ ਮਸਤ ਰਹਿੰਦੇ। ਪਰ ਜਦ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਪਾਏ ਸਭ ਕੁਝ ਛੁੱਟ ਗਿਆ। ਰਾਸਾਂ ਬੰਦ ਹੋ ਗਈਆਂ, ਗਹਿਣੇ ਕੱਪੜੇ ਵੰਡ ਦਿੱਤੇ, ਨੇਸ਼ਤਾ ਹੀ ਪਲਟ ਗਈ। ਉਹ ਕਿਹਾ ਕਰਦੇ ਹੁੰਦੇ ਸਨ, ਅੱਡ ਅੱਡ ਧਰਮਾਂ ਦੇ ਧਰਮ ਪੁਸਤਕ, ਉਹਨਾਂ ਦੇ ਸੁੱਚੇ ਅਸੂਲ, ਧਰਮ ਮਾਰਗ ਦੇ ਉਪਦੇਸ਼ ਸਭ ਅੱਛੇ ਹਨ, ਮਾੜਾ ਕੋਈ ਨਹੀਂ, ਸਾਰੇ ਪਾਰ ਉਤਾਰਾ ਕਰ ਸਕਦੇ ਹਨ। ਪਰ ਇਹ ਸਭੇ ਨੋਕਾਂ ਤੇ ਬੇੜੀਆਂ ਸਮਾਨ ਹਨ, ਜੋ ਸਾਗਰ ਵਿੱਚੋਂ ਪਾਰ ਤਾਂ ਕਰ ਸਕਦੀਆਂ ਹਨ ਪਰ ਡੁੱਬਣ ਦਾ ਖਤਰਾ ਬਣਿਆ ਰਹਿੰਦਾ ਹੈ। ਪਰ ਸ੍ਰੀ ਗੁਰੂ ਰਾਮਦਾਸ ਜੀ ਦਾ ਇਹ ਮੰਦਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਉਪਦੇਸ਼ ਤਾਂ ਪੁਲ ਸਮਾਨ ਹਨ, ਬੇਖਤਰ ਤੇ ਨਿਰਵਿਘਨ ਪਾਰ ਲੰਘਣ ਦਾ ਰਸਤਾ ਹੈ। ਅਸੀਂ ਤਾਂ ਹੁਣ ਕਿਸੇ ਹੋਰ ਬੇੜੀ ਨੌਕਾ ਦੀ ਤਾਂਘ ਹਟਾ ਦਿੱਤੀ ਹੈ। ਇਸੇ ਪੁਲ ਪਰ ਤੋਂ ਹੀ ਭਵ ਸਾਗਰ ਨੂੰ ਪਾਰ ਕਰਾਂਗੇ, ਕਿਉਂਕਿ ਇਸ ਵਿੱਚ ਖਤਰੇ ਦਾ ਕੋਈ ਅੰਦੇਸ਼ਾ ਨਹੀਂ। ਫਿਰ ਇਹ ਸੰਤ ਕਿਹਾ ਕਰਦੇ ਸਨ ਕਿ ਇਹ ਸਾਰੀ ਭੂਮੀ ਸਮੇਤ ਚੁਗਰਦੇ ਦੀ ਪਰਿਕਰਮਾ ਦੇ ਮਹਾਨ, ਸ਼ਕਤੀਸ਼ਾਲੀ ਤੇ ਪਵਿੱਤਰ ਹੈ। ਘੰਟੇ ਘਰ ਵਾਲੀ ਥਾਂ ਤੇ ਖੜੋ ਕੇ 1000 ਵਾਰ ਵਾਹਿਗੁਰੂ ਕਹੋ, ਉਹ ਰਸ ਨਹੀਂ ਆਵੇਗਾ ਜੋ ਪਰਿਕਰਮਾ ਵਿੱਚ ਖੜੋ ਕੇ ਇੱਕ ਵਾਰ ਵਾਹਿਗੁਰੂ ਕਹਿਣ ਨਾਲ ਆਉਂਦਾ ਹੈ। ਇਹ ਸ੍ਰੀ ਗੁਰੂ ਰਾਮਦਾਸ ਜੀ ਦੀ ਹਜ਼ੂਰੀ ਦੀ ਸੱਤਿਆ ਹੈ। ਇਸੇ ਲਈ ਇਸ ਤੋਂ ਵਿਛੜਿਆ ਨਹੀਂ ਜਾ ਸਕਦਾ। ਜੋ ਲੋਕ ਅੰਮ੍ਰਿਤਸਰ ਦੇ ਵਾਸੀ ਹੋ ਕੇ ਸ੍ਰੀ ਹਰਿਮੰਦਰ ਦੀ ਰੋਜ਼ ਹਾਜ਼ਰੀ ਭਰਦੇ, ਕੀਰਤਨ ਦਾ ਅਮੁੱਲ ਪਦਾਰਥ ਲਗਾਤਾਰ ਪ੍ਰਾਪਤ ਕਰਦੇ ਰਹਿੰਦੇ ਹਨ, ਉਹ ਕਿੰਨੇ ਭਾਗਸ਼ੀਲ ਹਨ। ਆਪ ਇਹ ਸੰਤ ਜਦ ਵੀ ਸ੍ਰੀ ਅੰਮ੍ਰਿਤਸਰ ਆਉਂਦੇ, ਦਿਨ ਰਾਤ ਸ੍ਰੀ ਦਰਬਾਰ ਸਾਹਿਬ ਰਹਿੰਦੇ ਤੇ ਬਹੁਤ ਕਰਕੇ ਹਰ ਕੀ ਪੌੜੀ ਉੱਪਰ, ਜਿੱਥੇ ਸ੍ਰੀ ਅਖੰਡ ਪਾਠ ਸਦਾ ਹੁੰਦੇ ਰਹਿੰਦੇ ਹਨ, ਬੈਠੇ ਪਾਠ ਸੁਣਦੇ ਰਹਿੰਦੇ। ਜੇ ਕੋਈ ਪ੍ਰੇਮੀ ਕਿਤੇ ਲਿਜਾਣਾ ਚਾਹੁੰਦਾ ਤਾਂ ਕਹਿੰਦੇ, ਕਾਹੇ ਕੋ ਬਿਛੋਰਤ ਹੋ,
मिल बैठे हैं मिले रहने दो। ਭਾਈ ਸਾਹਿਬ ਜੀ ਨੇ ਦੱਸਿਆ ਕਿ ਇਸੇ ਤਰ੍ਹਾਂ ਖਾਲਸਾ ਕਾਲਜ ਦੇ ਇੱਕ ਗੈਰ ਸਿੱਖ ਪ੍ਰੋਫੈਸਰ ਸਨ ਜੋ ਥੀਓਸੋਫਿਸਟ ਬ੍ਰਹਮ ਵਿਦਿਆ ਦੇ ਸਿਧਾਂਤਾਂ ਨੂੰ ਮੰਨਣ ਵਾਲੇ ਸਨ ਅਤੇ ਰਾਜਪੂਤਾਨੇ ਵੱਲ ਦੇ ਰਹਿਣ ਵਾਲੇ ਸਨ ਅਤੇ ਆਪਣੇ ਮਤ ਦੇ ਚੰਗੇ ਅਭਿਆਸੀ ਪੁਰਸ਼ ਸਨ। ਇੱਕ ਦਿਨ ਅਚਾਨਕ ਸ੍ਰੀ ਦਰਬਾਰ ਸਾਹਿਬ ਚਲੇ ਗਏ। ਘਰੋਂ ਤੁਰੇ ਤਾਂ ਚਿੱਤ ਉਦਾਸ ਅਤੇ ਦਿਲ ਬੁਝਿਆ ਹੋਇਆ ਸੀ। ਘੰਟੇ ਘਰ ਦੀਆਂ ਪੌੜੀਆਂ ਉਤਰਦੇ ਹੀ ਸਨ ਕਿ ਤਬੀਅਤ ਖਿੜ ਗਈ। ਆਪਣਾ ਅਭਿਆਸ ਜੋ ਕਿਸੇ ਮੈਲ ਦੇ ਕਾਰਨ ਬੱਝ ਵਿੱਚ ਸੀ ਖੁੱਲ੍ਹ ਗਿਆ। ਇਹ ਅਚਾਨਕ ਤਬਦੀਲੀ ਤੱਕ ਕੇ ਉਹਨਾਂ ਦਾ ਚਿੱਤ ਚਕਰਿਤ ਰਹਿ ਗਿਆ। ਪਰ ਚਿੱਤ ਵਿੱਚ ਖੁਤਖੁਤੀ ਲੱਗ ਗਈ ਕਿ ਕੀ ਇਹ ਇਸ ਜਗ੍ਹਾ ਦੀ ਸੱਤਿਆ ਹੈ ਜਾਂ ਕਿ ਐਵੇਂ ਅਚਾਨਕ ਆਪਣੇ ਆਪ ਹੀ ਮੇਰੇ 'ਤੇ ਘਟਨਾ ਵਾਪਰ ਗਈ ਹੈ। ਆਦਮੀ ਸਿਆਣਾ ਸੀ। ਉਸ ਨੇ ਫਿਰ ਉਚੇਚੇ ਪਰਤਾਵਿਆਂ ਲਈ ਕਈ ਵਾਰ ਤਜਰਬੇ ਕੀਤੇ। ਦੁੱਖ ਉਦਾਸੀ ਵੇਲੇ ਸ੍ਰੀ ਦਰਬਾਰ ਸਾਹਿਬ ਆਇਆ ਕਰੇ ਅਤੇ ਖੇੜਾ ਅਤੇ ਆਪਣਾ ਸਿਮਰਨ ਬਹਾਲ ਕਰਕੇ ਲੈ ਜਾਇਆ ਕਰੇ। ਉਹ ਕਿਹਾ ਕਰਦਾ ਸੀ ਕਿ ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਨੇ ਪਤਾ ਨਹੀਂ ਇੱਥੇ ਕਿਸ ਕਿਸਮ ਦੀ ਬਿਜਲੀ ਭਰੀ ਹੋਈ ਹੈ ਕਿ ਪੈਰ ਪਹਿਲੀ ਪੌੜੀ 'ਤੇ ਟਿਕਾਇਆ ਨਹੀਂ ਕਿ ਕਰੰਟ ਵਰਗਾ ਅਸਰ ਹੁੰਦਾ ਹੈ। ਅੰਦਰਲੀ ਅੱਗ ਬੁਝ ਕੇ ਠੰਡ ਪੈ ਜਾਂਦੀ ਅਤੇ ਆਤਮਾ ਵਿੱਚ ਸ਼ਾਂਤੀ ਵਰਤ ਜਾਂਦੀ ਹੈ। ਭਾਈ ਸਾਹਿਬ ਜੀ ਨੇ ਫਿਰ ਦੱਸਿਆ ਕਿ ਫਰਾਂਸ ਦਾ ਇੱਕ ਅਭਿਆਸੀ ਚਿੱਤਰਕਾਰ ਇੱਥੇ ਆਇਆ ਅਤੇ ਉਸ ਨੇ ਵੀ ਆਪਣੇ ਉੱਪਰ ਇਸ ਤਰ੍ਹਾਂ ਦਾ ਕੁਝ ਵਾਪਰਦਾ ਪ੍ਰਤੀਤ ਕੀਤਾ। ਸਾਨੂੰ ਵੀ ਉਸ ਨੂੰ ਮਿਲਣ ਦਾ ਮੌਕਾ ਬਣਿਆ। ਉਹ ਦਰਬਾਰ ਸਾਹਿਬ ਦੀ ਇੱਕ ਬੜੀ ਵੱਡੀ ਤਸਵੀਰ ਚਿੱਤਰ ਕੇ ਨਾਲ ਲੈ ਗਿਆ ਸੀ। ਉਹ ਕਿਹਾ ਕਰਦਾ ਸੀ ਕਿ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰੋਂ ਸੰਗਮਰਮਰ ਵਿੱਚ ਦੀ ਇੱਕ ਅਨੋਖੀ ਰੋਸ਼ਨੀ ਫੁੱਟ ਫੁੱਟ ਕੇ ਬਾਹਰ ਨੂੰ ਆਉਂਦੀ ਅਤੇ ਠੰਡ ਪਾਉਂਦੀ ਦਿਸਦੀ ਹੈ। ਮੈਂ ਕੋਸ਼ਿਸ਼ ਕਰ ਰਿਹਾ ਹਾਂ ਉਸ ਨੂੰ ਚਿੱਤਰ ਲਵਾਂ ਪਰ ਚਿੱਤਰੀ ਨਹੀਂ ਜਾਂਦੀ। ਬੜੀ ਕੋਸ਼ਿਸ਼ ਕੀਤੀ ਹੈ ਪਰ ਨਾਕਾਮਯਾਬ ਰਿਹਾ ਹਾਂ। ਪਤਾ ਨਹੀਂ ਇਹ ਰੋਸ਼ਨੀ ਇਸ ਦੇ ਰਚਨਹਾਰ ਜੀ ਨੇ ਕਿਵੇਂ ਇੱਥੇ ਸਥਾਪਿਤ ਕੀਤੀ ਹੈ। ਆਪ ਨੇ ਹੋਰ ਦੱਸਿਆ ਕਿ ਇਸ ਹਰਿਮੰਦਰ ਦੀ ਮਹਿਮਾ ਵਿਦੇਸ਼ੀ ਅਭਿਆਸੀ ਪੁਰਸ਼ ਇਉਂ ਦੇਖ ਕੇ ਪ੍ਰਤੀਤ ਕਰਦੇ ਰਹੇ ਹਨ। ਪਿੱਛੋਂ ਜਿਹੇ ਇੱਕ ਇਟਾਲੀਅਨ ਇੱਥੇ ਆਇਆ। ਉਸ ਨੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ। ਜਾਣ ਲੱਗਾ ਰਾਏ ਬੁੱਕ ਅਤੇ ਸ੍ਰੀ ਹਰਿਮੰਦਰ ਸਾਹਿਬ ਬਾਰੇ ਆਪਣੀ ਰਾਏ ਇਹ ਲਿਖ ਗਿਆ ਓਕੇ ਗਕ ਜਤ ਅਰ ਤਕ ਬਕਜ਼ ਵਜ਼ਰਮ। ਇੱਥੇ ਜੁਦਾਈ ਉੱਕਾ ਹੀ ਨਹੀਂ ਹੈ, ਭਾਵ ਇੱਥੇ ਵਸਲ ਹੀ ਵਸਲ ਹੈ। ਗੁਰੂਦੁਆਰਾ ਕਮੇਟੀ ਨੇ ਆਪਣੇ ਪੱਤਰ ਵਿੱਚ ਵਿਦੇਸ਼ੀ ਯਾਤਰੀਆਂ ਦੀਆਂ ਰਾਵਾਂ ਵਿੱਚ ਇਹ ਵੀ ਛਾਪੀ ਸੀ। ਇਸ ਪਾਵਨ ਭੂਮੀ 'ਤੇ ਪਾਵਨ ਸਰੋਵਰ ਦੇ ਪਵਿੱਤਰ ਅੰਮ੍ਰਿਤ ਦੀ ਸ਼ਕਤੀ ਬਾਰੇ ਸ੍ਰੀ ਦਰਬਾਰ ਸਾਹਿਬ ਕਮੇਟੀ ਨੇ ਇਹਨਾਂ ਦਿਨਾਂ 1939 ਵਿੱਚ ਹੀ ਵਰਤੇ 2 ਵਾਕਿਆ ਦੱਸੇ ਹਨ। ਇੱਕ ਤਾਂ ਕੋਈ ਲੁਧਿਆਣੇ ਦਾ ਚੇਨ ਸ਼ਮਕੌਰ ਹਿੰਦੂ ਸੱਜਣ ਸੀ ਜਿਸ ਨੇ ਸਿਗਰਟ ਛੋੜਨ ਲਈ ਗੁਰੂ ਰਾਮਦਾਸ ਦੇ ਦਰਬਾਰ ਸੱਚੇ ਦਿਲੋਂ ਯਾਚਨਾ ਕੀਤੀ ਅਤੇ ਉਸ ਤੋਂ ਬਾਅਦ ਉਸ ਨੂੰ ਤੰਬਾਕੂ ਨਾਲ ਐਸੀ ਨਫ਼ਰਤ ਹੋ ਗਈ ਕਿ ਫਿਰ ਸਿਗਰਟ ਨੂੰ ਹੱਥ ਤੱਕ ਨਹੀਂ ਲਾਇਆ, ਸਗੋਂ ਹੋਰਨਾਂ ਨੂੰ ਪੀਂਦਾ ਤੱਕੇ ਤਾਂ ਬੁਰਾ ਪ੍ਰਤੀਤ ਕਰੇ। ਇੱਕ ਹੋਰ ਘਟਨਾ ਵਿੱਚ ਇੱਕ ਨੈਣਹੀਣ ਬੀਬੀ ਦੀ ਸ਼ਰਧਾ ਨੂੰ ਫਲ ਲੱਗਾ। ਅੰਮ੍ਰਿਤ ਦੇ ਛਟਿਆਂ ਨੇ ਉਸ ਦੀ ਨੈਣ ਜੋਤ ਹਰੀ ਕਰ ਦਿੱਤੀ ਅਤੇ ਉਹ ਜੋ ਆਪਣੀ ਮਾਂ ਦਾ ਹੱਥ ਫੜ ਕੇ ਯਾਤਰਾ ਨੂੰ ਆਈ ਸੀ, ਗੁਰੂ ਦਰਬਾਰ ਦੇ ਆਪਣੇ ਨੈਣੀ ਦਰਸ਼ਨ ਕਰਕੇ ਸਫਲ ਵਾਪਸ ਮੁੜੀ।
ਫਿਰ ਆਪ ਉਸ ਰਾਗੀ ਸਿੰਘ ਨੂੰ ਸੰਬੋਧਨ ਕਰਕੇ ਕਹਿਣ ਲੱਗੇ, ਮੇਰਾ ਸਰੀਰ ਬਿਰਧ ਹੈ, ਕੰਮਕਾਜ ਵੀ ਇਤਨੇ ਛੋਹੇ ਹੋ ਗਏ ਹਨ ਕਿ ਫੁਰਸਤ ਘੱਟ ਮਿਲਦੀ ਹੈ, ਤੇ ਨਾਲੇ ਹੁਣ ਮੈਂ ਬਹੁਤ ਬੋਲ ਵੀ ਨਹੀਂ ਸਕਦਾ। ਸਰੀਰ ਥਕਾਨ ਮੰਨਣ ਲੱਗ ਜਾਂਦਾ ਹੈ। ਮੈਂ ਇਸ ਲਈ ਤੁਹਾਡਾ ਇਤਨਾ ਵਕਤ ਖਰਚ ਕੀਤਾ ਹੈ ਕਿ ਤੁਸੀਂ ਨੌਜਵਾਨ ਹੋ, ਇਸ ਰਸਤੇ ਪਏ ਹੋ। ਇਸ ਹਰਮੰਦਰ ਵਿੱਚ ਕੀਰਤਨ ਦੀ ਸੇਵਾ ਦਾ ਸੁਭਾਗ ਤੁਸਾਂ ਨੂੰ ਪ੍ਰਾਪਤ ਹੋਇਆ ਹੈ। ਸਤਿਗੁਰੂ ਨੇ ਤੁਸਾਂ ਦੀ ਰਸਨਾ ਵਿੱਚ ਰਸ ਤਾਸੀਰ ਬਖਸ਼ੀ ਹੈ। ਕਰ ਲਓ ਰੱਜ ਕੇ ਸੇਵਾ, ਉਦਾਸ ਨਾ ਹੋਵੋ ਤੇ ਸੰਗਤ ਨੂੰ ਫੈਜ਼ਯਾਬ ਕਰੋ। ਨਾਲੇ ਆਪਣੇ ਜੀਵਨ ਦਾ ਲਾਹਾ ਖੱਟ ਲਓ। ਇਸ ਵੇਲੇ ਸਤਸੰਗ ਦੀ ਕਾਲੀ ਰਾਤ ਪੈ ਰਹੀ ਹੈ। ਨਾਸਤਕਤਾ ਵੱਧ ਰਹੀ ਹੈ। ਅੱਗੇ ਇਹ ਸਮੇਂ ਨਹੀਂ ਸਨ। ਅਭਿਆਸੀ ਤੇ ਨਾਮ ਰਸੀਏ ਆਮ ਸਨ। ਸ੍ਰੀ ਦਰਬਾਰ ਸਾਹਿਬ ਹੀ ਸਵੇਰੇ ਆਸਾ ਦੀ ਵਾਰ ਦੇ ਕੀਰਤਨ ਵੇਲੇ ਇੱਥੋਂ ਦੇ ਹਰ ਡੇਰੇ ਦਾ ਮਹੰਤ, ਭਾਵੇਂ ਉਹ ਉਦਾਸੀ ਹੈ ਜਾਂ ਨਿਰਮਲਾ ਜਾਂ ਕਿਸੇ ਹੋਰ ਸੰਪਰਦਾ ਦਾ, ਜ਼ਰੂਰ ਪੁੱਜਦਾ ਤੇ ਕੀਰਤਨ ਸੁਣਦਾ ਸੀ। ਉੱਪਰਲੀ ਪਰਿਕਰਮਾ ਸਭ ਉਹਨਾਂ ਪ੍ਰਤਿਸ਼ਠਿਤ ਵਿਅਕਤੀਆਂ ਨਾਲ ਭਰੀ ਹੋਈ ਹੁੰਦੀ ਸੀ। ਉਹ ਆਪੂ ਵੀ ਜੋ ਸੁਣਦੇ ਸਨ ਕਮਾਉਂਦੇ ਸਨ। ਐਸੀਆਂ ਮਜਲਸਾਂ ਵੀ ਹੋਇਆ ਕਰਦੀਆਂ ਸਨ ਜਿੱਥੇ ਅਭਿਆਸੀ ਪੁਰਖ ਇਕੱਠੇ ਹੋ ਕੇ ਆਪਣੀਆਂ ਪਰਮਾਰਥ ਅੜਚਣਾਂ ਦੱਸਦੇ, ਦੂਸਰਿਆਂ ਤੋਂ ਦਰੁਸਤ ਅਗਵਾਈ ਲੈਂਦੇ, ਘਾਲਾਂ ਘਾਲਦੇ, ਹੋਰਨਾਂ ਨੂੰ ਰਸਤੇ ਟੋਰਦੇ ਰਹਿੰਦੇ ਸਨ। ਇਹ ਪਾਵਨ ਅਸਥਾਨ ਆਤਮਕ ਵਿਗਿਆਨ ਦਾ ਇੱਕ ਮਹਾਨ ਵਿਸ਼ਾਲ ਕੇਂਦਰ ਮੰਨਿਆ ਜਾਂਦਾ ਸੀ। ਪਰ ਅੱਜ ਉਹ ਮਜਲਸਾਂ ਦੁਰਲਭ ਹੋ ਰਹੀਆਂ ਹਨ। ਤੁਹਾਨੂੰ ਸੇਵਾ ਦਾ ਅਵਸਰ ਮਿਲਿਆ ਹੈ। ਇਸ ਪਾਵਨ ਮੰਦਰ ਵਿੱਚ ਸਤਿਗੁਰੂ ਸਾਹਿਬਾਨ ਨੂੰ ਹਾਜ਼ਰ ਨਾਜ਼ਰ ਪ੍ਰਤੀਤ ਕਰਕੇ ਕੀਰਤਨ ਦੀ ਸੇਵਾ ਕਰੋ, ਲਾਹਾ ਖੱਟ ਲਓ। ਜਨਮ ਬਾਰ-ਬਾਰ ਹੱਥ ਨਹੀਂ ਆਉਂਦਾ। ਹਰੀ ਮੰਦਰ ਦੇ ਕੀਰਤਨ ਦੀ ਸੇਵਾ ਕਰ ਰਹੇ ਇੱਕ ਰਸੀਲੇ ਸਿੰਘ ਦੀ ਉਦਾਸੀ ਨੂੰ ਦੂਰ ਕਰਨ ਤੇ ਉਸ ਨੂੰ ਹਰਿਮੰਦਰ ਸਾਹਿਬ ਦੀ ਸੇਵਾ ਦੇ ਫਖਰ ਵਿੱਚ ਜਗਾਉਣ ਹਿੱਤ ਭਾਵੇਂ ਆਪ ਨੇ ਇਸ ਆਪਣੇ ਪੂਜਨਿਕ ਧਰਮ ਮੰਦਰ ਦੀ ਉਲੂਹੀਅਤ ਦਾ ਗਿਆਨ ਉਸ ਨੂੰ ਬਖਸ਼ਿਆ, ਪਰ ਇਸ ਵਿੱਚ ਆਪ ਜੀ ਦੀ ਇਸ ਮੰਦਰ ਲਈ ਹਿਰਦੇ ਦੀ ਭਾਵਨਾ ਸਾਫ਼ ਪ੍ਰਗਟ ਹੁੰਦੀ ਹੈ। 4 ਸਤਰਾਂ ਦੀ ਇੱਕ ਰੁਬਾਈ ਵੀ ਆਪ ਜੀ ਨੇ ਸ੍ਰੀ ਦਰਬਾਰ ਸਾਹਿਬ ਜੀ ਦੀ ਮਹਿਮਾ ਵਿੱਚ ਕਹੀ ਹੈ, ਜਿਸ ਵਿੱਚ ਇਸ ਨੂੰ ਆਪ ਨੇ ਸੰਸਾਰੀ ਨਹੀਂ ਪਰ ਅਰਸ਼ਾਂ ਤੋਂ ਉਤਰਿਆ ਮੰਦਰ ਤੇ ਹਰੀ ਰਸ ਦਾ ਵਿਸ਼ਾਲ ਕੇਂਦਰ ਦੱਸਿਆ ਹੈ, ਜੋ ਫਕੀਰਾਂ ਆਤਮਕ ਅਭਿਆਸੀਆਂ ਨੂੰ ਆਤਮ ਰਸ ਵਿੱਚ ਮਖਮੂਰ ਕਰਦਾ ਤੇ ਸਾਈਂ ਨਾਲ ਜੋੜਦਾ ਹੈ ਤੇ ਮਾਨੋ ਉੱਪਰ ਦੱਸੇ ਸਾਰੇ ਵਿਚਾਰਾਂ ਦਾ ਨਿਚੋੜ ਹੈ। ਮਣੀ ਗੁਆਚਿਆ ਸੱਪ ਜਿਉਂ ਦੁੱਖ ਪਾਉਂਦਾ, ਪੁੱਤ ਗੁਆਚਿਆ ਮਾਂ ਜਗ ਨਹੀਂ ਭਾਉਂਦਾ। ਹਰ ਰਸ ਦੀ ਜਦ ਟੋਟ ਪਵੇ ਫਕੀਰ ਨੂੰ, ਪਰਲੋਂ ਮੱਚੇ ਚੁਫੇਰ ਤਿਉਂ ਘਬਰਾਉਂਦਾ। ਟੁੱਟੀ ਡੋਰ ਜੇ ਦੁਆਰ ਤੇਰੇ ਆਉਂਦਾ, ਲਹਿਰ ਫਿਰੇ ਇੱਕ ਵਾਰ ਰੋ ਮੁੜ ਧਾਮਦਾ। ਕੀ ਅਗੰਮੀ ਖੇਡ ਇੱਥੇ ਲਹਿਰ ਦੀ, ਅਰਸ਼ੋਂ ਉਤਰਿਆ ਆਣ ਰਸੀਆ ਬਚਾਉਂਦਾ। ਬਿਜਲੀਆਂ ਦੇ ਹਾਰ, ਪੰਨਾ 32। ਵਾਹਿਗੁਰੂ ਜੀ।